ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਇਕੱਤਰ ਹੋ ਕੇ ਖਾਲਸੇ ਪੰਥ ਦਾ ਸਾਜਨਾ ਦਿਵਸ, ਖਾਲਸੇ ਪੰਥ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਮਨਾਉਣਾ ਕਰ ਰਹੇ। ਜਿੱਥੇ ਅੱਜ ਖਾਲਸੇ ਪੰਥ ਦਾ ਸਾਜਨਾ ਦਿਵਸ ਹੈ, ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਪੁਰਬ ਵੀ ਹੈ। ਵਿਸਾਖੀ ਦਾ ਦਿਹਾੜਾ ਗੁਰੂ ਘਰ ਵਿੱਚ ਮਨਾਉਣ ਦੀ ਮਰਿਆਦਾ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਾਰੰਭ ਕੀਤੀ। ਸਭ ਤੋਂ ਪਹਿਲੀ ਵਾਰ ਵਿਸਾਖੀ ਦਾ ਜੋੜ ਮੇਲਾ ਗੁਰੂ ਘਰ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ। ਗੁਰੂ ਨਾਨਕ ਸਾਹਿਬ ਦੇ ਘਰ ਦੇ ਮਹਾਨ ਆਤਮ ਗਿਆਨੀ ਗੁਰਸਿੱਖ ਹੋਏ ਨੇ ਭਾਈ ਸਾਹਿਬ ਭਾਈ ਪਾਰੋ ਜੀ ਪਰਮਹੰਸ। ਜੁਲਕਾ ਇਹਨਾਂ ਦਾ ਗੋਤ ਸੀ। ਬੜੀ ਉੱਚੀ ਅਵਸਥਾ ਦੇ ਮਾਲਕ ਸਨ, ਡੱਲੇ ਪਿੰਡ ਦੇ ਰਹਿਣ ਵਾਲੇ ਸੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੋਇੰਦਵਾਲ ਸਾਹਿਬ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸੰਗਤ ਬੇਅੰਤ ਆਉਂਦੀ ਆ ਗੁਰੂ ਘਰ, ਅੱਗੇ ਪਿੱਛੇ ਸਿੱਖ ਆਉਂਦੇ ਆ, ਕੋਈ ਇੱਕ ਪੱਕਾ ਦਿਨ ਜੋੜ ਮੇਲੇ ਦਾ ਨਹੀਂ ਹੈ, ਤੇ ਜੇ ਇੱਕ ਜੋੜ ਮੇਲੇ ਦਾ ਇੱਕ ਦਿਨ ਆਪਾਂ ਮਨਾਈਏ ਤਾਂ ਉਸ ਦਿਨ ਤੇ ਸਾਰੀਆਂ ਸੰਗਤਾਂ ਇਕੱਤਰ ਹੋਣ ਤੇ ਆਪਸੀ ਸਾਂਝ ਪਵੇ, ਗੁਰਸਿੱਖਾਂ ਦੀ ਇੱਕ ਦੂਜੇ ਨਾਲ ਜਾਣ ਪਹਿਚਾਣ ਹੋਵੇ। ਇੱਕ ਜੋੜ ਮੇਲਾ ਆਪਾਂ ਨੂੰ ਮਨਾਉਣਾ ਚਾਹੀਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ, ਭਾਈ ਪਾਰੋ ਜੀ ਇਹ ਤਾਂ ਬੜੀ ਵਧੀਆ ਵਿਚਾਰ ਹੈ, ਹੁਕਮਨਾਮੇ ਭੇਜੋ, ਸਾਰੀ ਸੰਗਤ ਨੂੰ ਕਹੋ ਕਿ ਵਿਸਾਖੀ ਦਾ ਜੋੜ ਮੇਲਾ ਮਨਾਉਣ ਵਾਸਤੇ ਸਾਰੀ ਸੰਗਤ ਸ੍ਰੀ ਗੋਇੰਦਵਾਲ ਸਾਹਿਬ ਆਣ ਕੇ ਇਕੱਤਰ ਹੋਵੇ। ਸਤਿਗੁਰਾਂ ਦੇ ਹੁਕਮਨਾਮਿਆਂ ਨੂੰ ਪੜ੍ਹਦਿਆਂ ਸੁਣਦਿਆਂ ਹਜ਼ਾਰਾਂ ਸੰਗਤਾਂ ਗੋਇੰਦਵਾਲ ਸਾਹਿਬ ਆਣ ਕੇ ਇਕੱਤਰ ਹੋਈਆਂ। ਔਰ ਸਭ ਤੋਂ ਪਹਿਲਾਂ ਵਿਸਾਖੀ ਦਾ ਜੋੜ ਮੇਲਾ ਮਨਾਉਣ ਦੀ ਪਰੰਪਰਾ ਮਰਿਆਦਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਪ੍ਰਾਰੰਭ ਹੋਈ। ਜਦੋਂ ਬੌਲੀ ਸਾਹਿਬ ਦਾ ਉਦਘਾਟਨ ਕਰਨਾ ਸੀ, ਚੱਠ ਜਿਹਨੂੰ ਆਪਾਂ ਕਹਿੰਦੇ ਆ, ਉਹ ਦਿਨ ਵੀ ਸਤਿਗੁਰੂ ਜੀ ਨੇ ਵਿਸਾਖੀ ਦਾ ਹੀ ਮੁਕਰਰ ਕੀਤਾ। ਵਿਸਾਖੀ ਵਾਲੇ ਦਿਨ, ਅੱਜ ਦੇ ਦਿਨ ਹੀ ਬੌਲੀ ਸਾਹਿਬ ਦੀ ਚੱਠ ਕੀਤੀ ਸਤਿਗੁਰੂ ਗੁਰੂ ਅਮਰਦਾਸ ਜੀ ਨੇ। ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਬਾਬਾ ਬਕਾਲਾ ਸਾਹਿਬ ਤੋਂ ਜਿਸ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਸਨ, ਉਸ ਦਿਨ ਵੀ ਵਿਸਾਖੀ ਦਾ ਹੀ ਦਿਨ ਸੀ। ਇਤਿਹਾਸ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਬੀਬੀ ਰਜਨੀ, ਇਹਦਾ ਜਿਹੜਾ ਪਿੰਗਲਾ ਪਤੀ ਸੀ, ਉਹ ਵਿਸਾਖੀ ਵਾਲੇ ਦਿਨ, ਅੱਜ ਦੇ ਦਿਨ ਹੀ ਦੁੱਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਕੇ
ਅਰੋਗ ਹੋਇਆ ਸੀ, ਉਹਦੀ ਦੇਹ ਕੰਚਨ ਵਰਗੀ ਹੋਈ ਸੀ। ਇਸੇ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਦੇ ਦਿਨ ਹਜ਼ਾਰਾਂ ਸੰਗਤਾਂ ਹਾਜ਼ਰੀਆਂ ਭਰ ਕੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦੀਆਂ ਹਨ। ਵਿਸਾਖ ਦੀ ਸੰਕਰਾਂਤ ਦੇ ਇਸ਼ਨਾਨ ਦਾ ਇਹ ਵੱਡਾ ਭਾਰੀ ਮਹਾਤਮ ਸ੍ਰੀ ਦਰਬਾਰ ਸਾਹਿਬ ਪ੍ਰਗਟ ਹੈ। ਤੋ ਇਸ ਤਰ੍ਹਾਂ ਵਿਸਾਖੀ ਨਾਲ ਬਹੁਤ ਸਾਰੇ ਇਤਿਹਾਸਕ ਦਿਹਾੜੇ ਜਿਹੜੇ ਨੇ ਉਹ ਜੁੜੇ ਹੋਏ ਨੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਅੱਜ ਦੇ ਦਿਨ ਖਾਲਸੇ ਪੰਥ ਦੀ ਸਾਜਨਾ ਕੀਤੀ। ਇਹ ਬੜਾ ਵੱਡਾ ਮਹਾਨ ਪਰਉਪਕਾਰ ਭਾਰਤ ਖੰਡ ਦੀ ਭੂਮੀ ਦੇ ਲੋਕਾਂ ਤੇ ਕੀਤਾ। ਕਲਗੀਧਰ ਸਵਾਮੀ ਜੀ ਦਾ ਜਨ ਪ੍ਰਕਾਸ਼ ਮਹਾਰਾਜ ਜੀ ਕਹਿੰਦੇ ਮੇਰਾ ਜਨਮ ਹੀ ਇਸ ਕਰਕੇ ਹੋਇਆ ਕਿ ਅਕਾਲ ਪੁਰਖ ਜੀ ਨੇ ਮੈਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਪੰਥ ਦੀ ਸਾਜਨਾ ਕਰੋ, ਕਿ ਜਾਏ ਜਹਾਂ ਤਹ ਧਰਮ ਚਲਾਓ, ਜਾ ਕੇ ਧਰਮ ਚਲਾਓ, ਪੰਥ ਦੀ ਸਾਜਨਾ ਕਰੋ। ਤੋ ਅਕਾਲ ਪੁਰਖ ਜੀ ਦੇ ਹੁਕਮ ਦੀ ਪਾਲਣਾ ਕਰਕੇ ਕਲਗੀਧਰ ਪਾਤਸ਼ਾਹ ਜੀ ਇਸ ਮਾਤ ਲੋਕ ਦੀ ਧਰਤੀ ਤੇ ਤੀਸਰੇ ਪੰਥ ਦੀ, ਖਾਲਸੇ ਪੰਥ ਦੀ ਸਾਜਨਾ ਕਰਨ ਆਏ। ਦੋ ਪੰਥ ਪਹਿਲਾਂ ਚੱਲ ਰਹੇ ਸਨ, ਹਿੰਦੂਆਂ ਤੇ ਮੁਸਲਮਾਨਾਂ ਦਾ, ਪਰ ਉਹਨਾਂ ਦੋਨਾਂ ਪੰਥਾਂ ਤੋਂ, ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਪੰਥ ਖਾਲਸਾ ਪੰਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਜਿਆ। ਕੀ ਕਾਰਨ ਸੀ? ਪਾਤਸ਼ਾਹ ਆਪ ਲਿਖਦੇ ਨੇ, ਦੋਹੋਂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜਾ ਪ੍ਰਧਾਨੀ। ਕਿ ਜਿਹੜੇ ਦੋ ਰਾਹ, ਦੋ ਪੰਥ ਪਹਿਲਾਂ ਚੱਲ ਰਹੇ ਸਨ, ਉਹਨਾਂ 'ਚ ਕਪਟ ਤੇ ਛਲ ਵਿਦਿਆ ਚੱਲਣ ਲੱਗ ਪਈ। ਉਹ ਪੱਖਵਾਦ ਦੇ ਉਲਝੇਵੇਂ ਵਿੱਚ ਉਲਝ ਗਏ, ਅਸੀਂ ਵੱਡੇ, ਅਸੀਂ ਵੱਡੇ। ਤੋ ਮਹਾਰਾਜ ਜੀ ਕਹਿੰਦੇ ਫਿਰ ਅਸੀਂ ਤੀਸਰੇ ਪੰਥ ਖਾਲਸੇ ਪੰਥ ਦੀ ਸਾਜਨਾ ਕੀਤੀ। ਅਕਾਲ ਪੁਰਖ ਦਾ ਪੰਥ ਹੈ ਖਾਲਸਾ, ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮੇਸ਼ਰ ਦੀ ਮੌਜ ਵਿੱਚੋਂ ਪੈਦਾ ਹੋਇਆ ਖਾਲਸਾ ਪੰਥ ਹੈ। 1699 ਦੀ ਵਿਸਾਖੀ ਆਈ, ਗੁਰਦੇਵ ਨੇ ਹੁਕਮਨਾਮੇ ਭੇਜੇ, ਹਰ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਆਣ ਕੇ ਇਕੱਤਰ ਹੋਈਆਂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਪਵਿੱਤਰ ਪਾਵਨ ਸਥਾਨ ਤੇ ਦੀਵਾਨ ਸਜਾਇਆ ਗਿਆ। ਇਤਿਹਾਸਕਾਰ ਕਹਿੰਦੇ ਆ ਤਕਰੀਬਨ 80,000 ਦਾ ਇਕੱਠ ਹੋਇਆ ਸੰਗਤ ਦਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਭਰੇ ਦੀਵਾਨ ਵਿੱਚ ਤਖਤ ਤੇ ਆਣ ਖਲੋਤੇ ਹਨ। ਮਿਆਨ ਚੋਂ ਤਲਵਾਰ ਧੂ ਕੇ ਉੱਚੀ ਤੇ ਗਰਜਵੀਂ ਆਵਾਜ਼ 'ਚ ਕਹਿੰਦੇ ਇੱਕ ਸਿਰ ਚਾਹੀਦਾ। ਇਹ ਆਵਾਜ਼ ਸੁਣ ਕੇ ਇੱਕ ਵਾਰੀ ਸਾਰੇ ਹੈਰਾਨ ਹੋਏ, ਅਚਰਜ ਹੋਏ। ਦੂਸਰੀ ਵਾਰ ਫਿਰ ਮਹਾਰਾਜ ਜੀ ਨੇ ਗਰਜਵੀਂ ਆਵਾਜ਼ ਵਿੱਚ ਕਿਹਾ। ਤੀਸਰੀ ਵਾਰ ਜਦੋਂ ਕਿਹਾ ਤੇ ਪਿਆਰੇ ਭਾਈ ਦਇਆ ਰਾਮ ਜੀ ਕਲਗੀਧਰ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਮਹਾਰਾਜ ਮੇਰਾ ਇਹ ਸੀਸ ਆਪ ਜੀ ਦਾ ਹੈ, ਆਪ ਜੀ ਪ੍ਰਵਾਨ ਕਰੋ। ਤੇ ਕਲਗੀਧਰ ਜੀ ਪਿਆਰੇ ਭਾਈ ਦਇਆ ਰਾਮ ਜੀ ਨੂੰ ਕਹਿੰਦੇ ਆ, ਦਇਆ ਰਾਮ ਜੀ ਸਿਰ ਦੇਣ ਦਾ ਮਤਲਬ ਜਾਣਦੇ ਹੋ? ਮਹਾਰਾਜ ਜੀ ਨਹੀਂ, ਮੈਂ ਤਾਂ ਇਤਨਾ ਜਾਣਦਾ ਕਿ ਸਿਰ ਤੁਹਾਡਾ, ਤੁਸੀਂ ਮੰਗਿਆ ਤੇ ਦੇਣ ਆ ਗਿਆ।
ਰਾਮ ਜੀ ਸਿਰ ਦੇਣ ਦਾ ਮਤਲਬ ਹੈ ਕਿ ਮੁਗਲਾਂ ਨਾਲ, ਮਲੇਛਾਂ ਨਾਲ, ਸਮੇਂ ਦੇ ਹਾਕਮ ਜਿਹੜੇ ਜਰਵਾਣੇ ਬਣੇ ਹੋਏ ਨੇ ਉਹਨਾਂ ਨਾਲ ਲੜਨਾ ਪਵੇਗਾ। ਲੜੋਗੇ तो प्यारे भाई दया राम साहब ने जवाब दिता, आख्या काम हमारा तोलन तकड़ी, नंगी छुरी कदे नहीं पकड़ी, चिड़ी उड़े दम से मर जाऊं, मुगलन से कैसे लड़ पाऊं। महाराज लड़ाई पढ़ाई करना साडा काम तां है नहीं, असीं तां तकड़ी तोलदे आं दुकान ते बह के। महाराज जी कहते आ दया राम बस यही सुनना सी तेरे मुखों, क्योंकि ये तेरी बोली नहीं है, ये पूरे भारत वर्ष दे लोकां दी बोली है जो तू बोल के कह रहे हैं। दूसरा शीस भाई साहब भाई धर्म सिंह जी दा, भाई मोहकम सिंह, फिर प्यारे भाई हिम्मत सिंह, भाई साहब सिंह, 5 शीस लैके कलगीधर पातशाह जी महाराज जी ने खंडे दी पौल तैयार करनी शुरू की थी। वीर आसन ला के सतगुरु जी बैठ गए, खब्बा गोडा जमीन ते सज्जा खड़ा कीता और सरबलोह दे बाटे विच जल पाया ते खंडा पकड़ के महाराज विच खंडा फेर रहे ने। प्राचीन पंथ प्रकाश दे करता भाई रतन सिंह जी भंगू लिखदे ने, तेज तेज ज्यों चंडी बाणी, श्री गुरु अमृत मद बखानी, महान तेजस्वी खड़ग धारी बाणी, गुरु कलगीधर पातशाह जी ने पौल दे उत्ते पढ़ी है। नाल नाल खंडा फेरी जांदे आ, नेत्र बाटे दे विच ने और नाल तेजस्वी बाणी अपनी रसना तो पढ़ रहे ने। उस बाणी दे द्वारा अपनी शक्ति उस अमृत दे बाटे विच पौहल विच संचार कर रहे ने, तदे अमृत संचार किया जाता है। अचानक 2 चिड़े नेड़े आके वेखे बैठे ते डबोलिया भर के उहदे विचों 2 चुले ओ अमृत तो पौहल महाराज जी ने उन्हां चिड़ियां मूहरे रखे ने। उन्होंने चुंझ दे विच जिन्नी घुट उन्हां कोलों भर हुंदी सी भर के पीती ते आपो विच ही लड़न लगे। लड़ लड़ के लहू लुहान हो गए। वेखदियां वेखदियां महाराज जी भी हसदे है ते लहू लुहान हो के लड़ लड़ के दोवें ही मर गए। ब्रह्म ज्ञानी भाई साहब भाई राम कोयर साहब जी कहते मैं उत्थे खड़ा सा वेखदा सी। मैं जाके माता सुंदरी जी नूं बेनती कीती, माता जीतो जी नूं बेनती कीती, माता जी कलगीधर पातशाह जी वीर असी बाणी पढ़ के अमृत बना रहे ने, ये अपने सिखां नूं छकाउणगे ते जदों सिख छकणगे ते आपस विच ही ना लड़ पैण, क्योंकि इहदे च तेज बड़ा ज्यादा है। माता जीतो जी उसे वक्त अपनी झोली विच पतासे लए जिथे साहब जी महाराज जी अमृत संचार कर रहे सन, तख्त श्री केसगढ़ साहब ते हाजिर होए। सतगुरां दा इशारा प्राप्त करके आग्या लैके माता जी ने वो पतासे उस बाटे विच पाए हन ते कलगीधर स्वामी अपने मुखों कहंदे आ, भलो समयों चल कै तू आई, अमृत मद मधुराई पाई। जीतो जी भले समय आए हो चल के अमृत विच मिठास पा दित्ती, जिथे मेरे खालसे विच वीर रस होवेगा उथे आपस विच एक दूजे नाल प्रेम भाव भी रखणगे। पौहल तैयार हुई, पंजां नूं पौल छकाई, 5-5 चूले केसां दे विच, 5-5 छिट्टे नेत्रां विच और 5-5 चूले छकाउंदे आख्या, बोलो जी वाहिगुरु जी का खालसा वाहिगुरु जी की फतेह। ये खालसा वाहिगुरु दा है। पंजां नूं पौल छका के मुड़ के उसे मर्यादा तहत उन्हां पंजां कोलों खुद आप गुरु कलगीधर जी ने पौल लई है, खुद आप।
ਫਿਰ ਉਹਨਾਂ ਪੰਜਾਂ ਨੂੰ ਜਿਹੜੀ ਰਹਿਤ ਸਤਿਗੁਰਾਂ ਨੇ ਦ੍ਰਿੜ ਕਰਾਈ, ਉਹੀ ਰਹਿਤ ਪੰਜਾਂ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਦ੍ਰਿੜ ਕਰਾਈ। ਤੇ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਕਹਿੰਦੇ ਆ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪੰਜਾਂ ਨੂੰ ਆਖਿਆ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਪਰਖੀ ਸੀ, ਭਾਈ ਲਹਿਣੇ ਨੇ ਸਿੱਖੀ ਰੱਖੀ ਸੀ, ਅੱਜ ਅਸੀਂ ਪਰਖੀ ਆ ਪੰਜਾਂ ਨੇ, ਤੁਸਾਂ ਨੇ ਸਿੱਖੀ ਰੱਖ ਲਈ ਹੈ। ਪੰਜਾਂ ਦਾ ਤੇਜ ਸਵਾਇਆ ਕੀਤਾ ਤੇ ਪੰਜ ਸਿੰਘ ਹੋਰ ਹਾਜ਼ਰ ਹੋਏ, ਕਹਿੰਦੇ ਮਹਾਰਾਜ ਸਾਡਾ ਵੀ ਸੀਸ ਲੈ ਲਓ। ਕਲਗੀਧਰ ਕਹਿੰਦੇ ਹੁਣ ਪਿਆਰੇ ਤਾਂ ਪੰਜ ਹੀ ਰਹਿਣਗੇ, ਤੁਸੀਂ ਖਾਲਸੇ ਦੇ ਪੰਜ ਵੀਰ। ਦੇਵਾ ਸਿੰਘ ਜੀ ਤੂੰ ਪੰਜ ਵੀਰ, ਫਿਰ 10 ਸਿੰਘ ਹੋਰ ਮਹਾਰਾਜ ਜੀ ਦੇ ਸਨਮੁਖ ਹਾਜ਼ਰ ਹੋਏ। ਏਦਾਂ ਸੈਂਕੜੇ ਸਿੰਘਾਂ ਨੇ ਮਹਾਰਾਜ ਜੀ ਦੇ ਪਾਸੋਂ ਖੰਡੇ ਦੀ ਪੌਲ ਛਕੀ ਤੇ ਸਿੰਘ ਸਜੇ। ਖਾਲਸੇ ਪੰਥ ਦਾ ਤੇਜਸਵੀ ਰੂਪ ਸਤਿਗੁਰੂ ਜੀ ਨੇ ਬਣਾਇਆ। ਸ਼ਸਤਰਧਾਰੀ ਖਾਲਸੇ ਪੰਥ ਦੀ ਸਾਜਨਾ ਕੀਤੀ, ਸ਼ਸਤਰਧਾਰੀ ਖਾਲਸਾ ਬਣਾਇਆ ਮਹਾਰਾਜ ਜੀ ਨੇ। ਪੱਕੇ ਤੌਰ ਤੇ ਸਿੰਘ ਦੇ ਗਾਤਰੇ ਵਿੱਚ ਸ਼੍ਰੀ ਸਾਹਿਬ ਸदैवी ਕਾਲ ਲਈ ਸੁਭਾਏਮਾਨ ਕਰ ਦਿੱਤੀ ਕਿ ਮਰਨ ਪਰਯੰਤ ਤੱਕ ਸ਼੍ਰੀ ਸਾਹਿਬ ਸਿੰਘ ਦੇ ਗਾਤਰੇ 'ਚ ਸੋਭੇਗੀ। ਮਰਿਆਦਾ ਬਣਾਈ, ਰਹਿਤ ਦੱਸੀ ਔਰ ਸ਼ਸਤਰਧਾਰੀ ਖਾਲਸਾ ਬਣਾਇਆ। ਇੱਕ ਸਮਕਾਲੀ ਕਵੀ ਗੁਰਦੇਵ ਦਾ ਲਿਖਦਾ ਹੈ, ਉਹ ਕਹਿੰਦਾ ਲੋਗ ਕਹਿ ਬੇਦੰਗ ਕੀਨੋ ਇਹ ਨਿਹੰਗ ਮੈਂ, ਲੋਗ ਕਹਿ ਬੇਦੰਗ ਕੀਨੋ ਇਹ ਨਿਹੰਗ ਮੈਂ, ਲੋਕਾਂ ਨੂੰ ਦੰਗ ਕਰਨ ਵਾਸਤੇ ਮੈਂ ਇਹ ਨਿਹੰਗ ਸਿੰਘ ਖਾਲਸਾ ਪੰਥ, ਨਿਹੰਗ ਮਤਲਬ ਸੂਰਮੇ ਦਾ ਹੈ, ਇਹ ਸੂਰਮਿਆਂ ਦਾ ਖਾਲਸਾ ਪੰਥ ਪੈਦਾ ਕੀਤਾ ਸਾਜਿਆ। ਉਹ ਤਿਆਰ ਬਰ ਤਿਆਰ ਸਿੰਘ ਜਦੋਂ ਵਿਚਰਦੇ, ਲੋਕ ਵੇਖ ਕੇ ਹੈਰਾਨ ਹੁੰਦੇ ਵੀ ਇਹਨਾਂ ਦੀ ਮਰਿਆਦਾ ਨਾ ਹਿੰਦੂਆਂ ਵਾਲੀ ਆ ਨਾ ਮੁਸਲਮਾਨਾਂ ਵਾਲੀ ਹੈ। ਇਹਨਾਂ ਦੀ ਨਿਰਾਲੀ ਤੇ ਵੱਖਰੀ ਮਰਿਆਦਾ ਹੈ, ਆਪਣੀ ਮਰਿਆਦਾ ਹੈ। ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ, ਮਹਾ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਪੰਥ ਖਾਲਸਾ ਪੰਥ। ਦੰਗੇਬਾਜ਼ ਦਾ ਮਤਲਬ ਹੈ ਲੜਾਕਾ, ਯੋਧਾ, ਸੂਰਮਾ। ਜਦੋਂ ਜੰਗ ਦੇ ਮੈਦਾਨ ਦੇ ਵਿੱਚ ਧਰਮ ਯੁੱਧ ਹੋ ਰਿਹਾ ਹੋਵੇ ਤਾਂ ਉਸ ਧਰਮ ਯੁੱਧ ਤੋਂ, ਲੜਨ ਤੋਂ ਔਰ ਮਰਨ ਤੋਂ ਆਪਣੇ ਮਨ 'ਚ ਲਾਜ ਨਹੀਂ ਰੱਖਦਾ। ਲੜਨ ਮਰਨ ਤੇ ਕਰੇ ਨਾ ਲਾਜ। ਇਹ ਧਰਮ ਯੁੱਧ ਵਿੱਚ ਲੜਨਾ ਵੀ ਜਾਣਦਾ ਔਰ ਧਰਮ ਯੁੱਧ ਦੇ ਵਿੱਚ ਮਰਨਾ ਵੀ ਜਾਣਦਾ। ਇਹ ਅਕਾਲ ਪੁਰਖ ਦੀ ਫੌਜ ਮਹਾਰਾਜ ਜੀ ਨੇ ਸਾਜੀ, ਖਾਲਸੇ ਨੂੰ ਸਾਜਿਆ ਆਪਣੇ ਹੱਥੀਂ। ਇੱਕ ਵਿਦਵਾਨ ਲਿਖਦਾ, ਉਹ ਕਹਿੰਦਾ ਕਿ ਭਾਰਤ ਵਰਸ਼ ਦੇ ਲੋਕਾਂ ਨੂੰ ਖਾਲਸੇ ਪੰਥ ਦੀ ਸਾਜਨਾ ਕਰਕੇ ਗੁਰੂ ਕਲਗੀਧਰ ਜੀ ਨੇ ਇੱਕ ਐਸਾ ਵਰਦਾਨ ਦਿੱਤਾ ਖਾਲਸੇ ਪੰਥ ਦੇ ਰੂਪ ਵਿੱਚ, ਜਿਸ ਖਾਲਸੇ ਪੰਥ ਦੇ ਵਰਦਾਨ ਨੂੰ ਪ੍ਰਾਪਤ ਕਰਕੇ ਭਾਰਤ ਵਰਸ਼ ਦੇ ਲੋਕਾਂ ਨੂੰ ਕਿਸੇ ਦੂਸਰੇ ਵਰਦਾਨ ਦੀ ਲੋੜ ਨਹੀਂ ਰਹੀ। ਇਹ ਐਸਾ ਖਾਲਸਾ ਪੰਥ ਮਹਾਰਾਜ ਜੀ ਨੇ ਸਾਜਿਆ। ਗੁਰਦੇਵ ਦੇ ਸਮਕਾਲੀ ਵਿਦਵਾਨਾਂ ਨੇ ਖਾਲਸੇ ਪੰਥ ਦੇ ਅਰਥ ਏਦਾਂ ਕੀਤੇ ਹਨ। ਖਾ ਨਾਮ ਆਕਾਸ਼ ਦਾ ਹੈ। ਜਿਵੇਂ ਆਕਾਸ਼ ਨਿਰਲੇਪ ਹੁੰਦਾ ਨਾ, ਆਕਾਸ਼ ਨੂੰ ਅਸੀਂ ਮੈਲਾ ਨਹੀਂ ਕਰ ਸਕਦੇ। ਤੁਸੀਂ ਕੋਈ ਰੰਗ ਸੁੱਟੋ, ਆਕਾਸ਼ ਨੇ ਉਸ ਰੰਗ ਦਾ ਤਾਂ ਨਹੀਂ ਹੋ ਜਾਣਾ। ਆਕਾਸ਼ ਨਿਰਲੇਪ ਹੈ, ਆਕਾਸ਼ ਨਿਰਖੋਭ ਹੈ। ਖਾਲਸੇ ਦਾ ਪਹਿਲਾ ਅੱਖਰ ਖੱਖਾ ਆਕਾਸ਼ ਦਾ ਵਾਚਕ ਹੈ ਕਿ ਖਾਲਸਾ ਆਕਾਸ਼ ਵਾਂਗੂ ਨਿਰਲੇਪ ਜੋਗੀ ਹੈ। योगी है खालसा। खंग नाम जोग को बखानी है। खंग नाम खा नाम है खकार, यानी कि योग दा वाचक है।
ਖਾਲਸਾ ਯੋਗੀ ਆਪਣੇ ਸਾਹਿਬ ਦੇ ਚਰਨਾਂ ਨਾਲ ਜੁੜਿਆ ਹੋਇਆ ਨਿਰਲੇਪ ਹੈ। ਖਾਲਸਾ ਲਿਪਾਏ ਮਾਨ ਨਹੀਂ ਹੈ, ਖਾਲਸਾ ਲੰਪਟ ਨਹੀਂ ਹੈ, ਖਾਲਸਾ ਯੋਗੀ ਹੈ, ਨਿਰਲੇਪ ਹੈ। ਜੇ ਛੱਡਣਾ ਪਿਆ ਤੇ ਅੱਖ ਦੇ ਫੋਰ ਦੇ ਵਿੱਚ ਛੱਡ ਦਿੱਤਾ ਸਭ ਕੁਝ। ਇਹ ਯੋਗ ਦਾ ਵਾਚਕ ਹੈ। ਖਾ ਨਿਰਲੇਪ, ਆਕਾਸ਼ ਵਾਂਗੂ ਨਿਰਲੇਪ, ਔਰ ਯੋਗੀ ਆਪਣੇ ਸਾਹਿਬ ਦੇ ਚਰਨਾਂ ਨਾਲ ਜੁੜਿਆ ਹੋਇਆ। ਕਿਸੇ ਸਵਾਲ ਕੀਤਾ, ਜੇ ਖਾਲਸਾ ਯੋਗੀ ਹੈ ਤੇ ਫਿਰ ਇਹ ਕਹਿੰਦੇ ਆ ਰਾਜ ਕਰੇਗਾ ਖਾਲਸਾ। ਫਿਰ ਇਹ ਕਿਉਂ ਕਹਿੰਦੇ ਆ? ਯੋਗੀਆਂ ਨੂੰ ਕੀ ਲੋੜ ਆ ਰਾਜ ਕਰਨ ਦੀ? ਇਹ ਤਾਂ ਯੋਗੀ ਹੈ, ਆਕਾਸ਼ ਵਾਂਗੂ ਨਿਰਲੇਪ ਹੈ, ਤੇ ਫਿਰ ਇਹਨਾਂ ਨੂੰ ਰਾਜ ਦਾ ਤਾਂ ਇੱਛਾ ਹੀ ਨਹੀਂ ਹੈ। ਤੇ ਖਾਲਸੇ ਦਾ ਜਿਹੜਾ ਦੂਸਰਾ ਅੱਖਰ ਹੈ ਨਾ, ਲੱਲਾ, ਇਹ ਵਾਚਕ ਹੈ ਕਿ ਖਾਲਸਾ ਜਿੱਥੇ ਯੋਗੀ ਆ ਉੱਥੇ ਭੋਗੀ ਵੀ ਹੈ। ਖਾਲਸਾ ਰਾਜ ਕਰਨ ਦੀ ਇੱਛਾ ਵੀ ਰੱਖਦਾ ਹੈ। ਇਹਦਾ ਅਰਥ ਕਰਦੇ ਆ, ਖੰਗ ਨਾਮ ਜੋਗ ਕੋ ਬਖਾਨੀਐ, ਲਕਾਰ ਨਾਮ ਭੋਗ ਕੋ ਬਖਾਨੀਐ। ਜਿਹੜਾ ਲਕਾਰ ਲੱਲਾ ਅੱਖਰ ਹੈ ਉਹ ਭੋਗ ਦਾ ਵਾਚਕ ਹੈ ਕਿ ਖਾਲਸਾ ਰਾਜ ਕਰਨ ਦਾ ਸੰਕਲਪ ਵੀ ਰੱਖਦਾ ਹੈ। ਤਦੇ ਰੋਜ਼ ਪੜਦਾ ਰਾਜ ਕਰੇਗਾ ਖਾਲਸਾ, ਕੀ ਰਹਿ ਨਾ ਕੋਏ। ਖਾਲਸੇ ਵਿੱਚ ਹਲੇਮੀ ਰਾਜ ਕਰਨ ਦਾ ਸੰਕਲਪ ਹੈ, ਜਰਵਾਣਿਆਂ ਵਾਲਾ ਰਾਜ ਕਰਨ ਦਾ ਸੰਕਲਪ ਨਹੀਂ ਹੈ। ਖਾਲਸਾ ਹਲੇਮੀ ਰਾਜ ਦਾ ਹਾਮੀ ਹੈ, ਔਰ ਹਲੇਮੀ ਰਾਜ ਖਾਲਸੇ ਨੇ ਕੀਤਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾਲਸੇ ਦਾ ਰਾਜ ਹੈ, ਔਰ ਇਹ ਰਾਜ ਹਲੇਮੀ ਰਾਜ ਹੈ। ਇਸ ਹਲੇਮੀ ਰਾਜ ਵਿੱਚ 50 ਵਰ੍ਹਿਆਂ ਦੇ ਇਸ ਰਾਜ ਵਿੱਚ ਟੋਟਲ ਮਿਲਾ ਲਈਏ ਤਾਂ 50 ਕੁ ਸਾਲ ਦਾ ਰਾਜ ਬਣਦਾ ਹੈ। ਕਿਸੇ ਨੂੰ ਫਾਂਸੀ ਨਹੀਂ ਚਾੜਿਆ ਗਿਆ, ਕਿਸੇ ਨੂੰ ਸਜ਼ਾਏ ਮੌਤ ਨਹੀਂ ਦਿੱਤੀ ਗਈ। ਇਹ ਖਾਲਸੇ ਦਾ ਹਲੇਮੀ ਰਾਜ ਸੀ। ਜਿੱਥੇ ਸ਼ੇਰੇ ਪੰਜਾਬ ਦੇ ਪਾਸ ਸਿੱਖ ਵਜ਼ੀਰ ਨੇ, ਉੱਥੇ ਹਿੰਦੂਆਂ ਨੂੰ ਵੀ ਆਪਣੇ ਕੋਲ ਵਜ਼ੀਰ ਰੱਖਿਆ, ਮੁਸਲਮਾਨਾਂ ਨੂੰ ਵੀ ਆਪਣੇ ਕੋਲ ਵਜ਼ੀਰ ਰੱਖਿਆ। ਜੇ ਸ੍ਰੀ ਦਰਬਾਰ ਸਾਹਿਬ ਸੋਨੇ ਦੀ ਸੇਵਾ ਹੁੰਦੀ ਆ ਸ਼ੇਰੇ ਪੰਜਾਬ ਦੇ ਸਮੇਂ, ਤਾਂ ਕੁਆਂਟਲਾਂ ਦੇ ਹਿਸਾਬ ਨਾਲ ਸੋਨਾ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਬਨਾਰਸ ਵੀ ਭੇਜਿਆ ਜਾਂਦਾ ਸ਼ੇਰੇ ਪੰਜਾਬ ਵੱਲੋਂ। ਇਹ ਸਮਾਨਤਾ ਦਾ ਰਾਜ ਸੀ ਖਾਲਸੇ ਦਾ, ਹਲੇਮੀ ਰਾਜ। ਜਿੱਥੇ ਕਿਸੇ ਧਰਮ ਨਾਲ, ਕਿਸੇ ਮਤ ਨਾਲ ਪੱਖਪਾਤ ਨਹੀਂ ਕੀਤਾ ਜਾਂਦਾ। ਹਾਂ, ਸ਼ੇਰੇ ਪੰਜਾਬ ਕਹਿੰਦੇ ਇਹੀ ਸਨ, ਇਸ ਖਾਲਸੇ ਦੇ ਰਾਜ, ਇਹ ਖਾਲਸੇ ਦੀ ਕਿਰਪਾ ਨਾਲ ਇਹ ਰਾਜ ਹੈ। ਇਹ ਨਹੀਂ ਸਨ ਕਹਿੰਦੇ ਕਿ ਖਾਲਸੇ ਦੀ ਕਿਰਪਾ ਨਾਲ ਨਹੀਂ, ਕਹਿੰਦੇ ਖਾਲਸੇ ਦੀ ਕਿਰਪਾ ਨਾਲ ਖਾਲਸਾ ਹੀ ਰਾਜ ਕਰ ਰਿਹਾ ਹੈ। ਪਰ ਉਹਦੇ ਵਿੱਚ ਸਾਰਿਆਂ ਦੀ ਇੱਕ ਸਮਾਨਤਾ ਹੈ, ਬਰਾਬਰਤਾ ਹੈ। ਇਹ ਹਲੇਮੀ ਰਾਜ ਸੀ ਖਾਲਸੇ ਦਾ। ਜਿਹੜਾ ਲੱਲਾ ਅੱਖਰ ਹੈ ਨਾ, ਇਹ ਰਾਜ ਕਰਨ ਦਾ ਸੰਕਲਪ ਖਾਲਸੇ ਨੂੰ ਪ੍ਰਦਾਨ ਕਰਦਾ ਹੈ, ਪਰ ਉਸ ਤੋਂ ਪਹਿਲਾਂ ਨਿਰਲੇਪ ਰਹਿਣ ਦੀ ਅਵਸਥਾ ਵੀ ਦੱਸਦਾ। ਜਿਹੜਾ ਖੱਖਾ ਅੱਖਰ ਹੈ, ਇਹ ਨਿਰਲੇਪ ਵੀ ਹੈ ਤੇ ਫਿਰ ਰਾਜ ਕਰਨ ਦੀ ਇੱਛਾ ਵੀ ਰੱਖਦਾ ਹੈ। ਤੀਸਰਾ ਅੱਖਰ ਹੈ ਸੱਸਾ, ਇਹਦਾ ਮਤਲਬ ਹੈ ਸਾਰ ਸੰਗਰਣੀ ਧਾਰ। ਸਾਰ ਨਾਮ ਹੈ ਸਰਬਲੋਹ ਦਾ, ਸਾਰ ਨਾਮ ਹੈ ਸ਼ਸਤਰ ਦਾ। ਉਹ ਕਹਿੰਦਾ ਸਰਬ ਲੋ, ਕਲਗੀਧਰ ਜੀ ਦੇ ਕਵੀ ਲਿਖਦੇ ਆ, ਸਰਬ ਲੋਹ ਕਾ ਪਿਆਰਾ ਅਰਬ ਖਰਬ ਕੋ ਨਾ ਨੈਕ ਰੀਝੈ। ਕਹਿੰਦੇ ਸਰਬਲੋਹ ਦੇ ਨਾਲ ਪਿਆਰ ਕਰਨ ਵਾਲੇ, ਸ਼ਸਤਰਾਂ ਨਾਲ ਪਿਆਰ ਕਰਨ ਵਾਲੇ, ਇਹ ਉਹ ਖਾਲਸਾ ਹੈ। ਇੱਕ ਵਾਰੀ ਬਾਹਮਣ ਆਏ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਕਲਗੀਧਰ ਨੂੰ, ਕਹਿੰਦੇ ਮਹਾਰਾਜ ਤੁਸੀਂ ਸਾਨੂੰ ਦਾਨ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਦਾਨ ਆਪਣੇ ਖਾਲਸੇ ਨੂੰ ਕਰਦੇ ਆ। ਕਹਿੰਦੇ ਮਹਾਰਾਜ ਫਿਰ ਅਸੀਂ ਭੁੱਖੇ ਮਰੀਏ, ਸਾਨੂੰ ਨਹੀਂ ਦਾਨ ਕਰਨਾ। ਮਹਾਰਾਜ ਕਹਿੰਦੇ ਤੁਹਾਨੂੰ ਵੀ ਦੇ ਦਿੰਨੇ ਆ ਬਈ। ਹੁਕਮ ਕੀਤਾ ਖਜ਼ਾਨਚੀ ਨੂੰ ਕਿ 1.25 ਮਣ ਮਾਵਾਂ ਦੀ ਦਾਲ ਤੇ 1.25 ਮਣ ਲੋਹਾ ਦਾਨ ਕਰੋ ਪੰਡਤਾਂ ਨੂੰ।
ਖਜ਼ਾਨਚੀ ਨੇ 1.25 ਮਣ ਮਾਵਾਂ ਦੀ ਦਾਲ ਤੇ 1.25 ਮਣ ਲੋਹਾ ਉਹ ਇਹਨਾਂ ਬਾਹਮਣਾਂ ਨੂੰ ਦਾਨ ਕੀਤਾ। ਇਹ ਲੈ ਕੇ ਵੀ ਹੁਣ ਦਾਨ ਮਿਲਿਆ, ਨਾ ਤਾਂ ਕਹਿ ਸਕਦੇ ਸੀ ਵੀ ਅਸੀਂ ਨਹੀਂ ਲੈਣਾ ਇਹ ਦਾਨ, ਪਰ ਸੋਚੀ ਜਾਣ ਵੀ ਇਹ ਲੋਹਾ ਅਸੀਂ ਮੱਥੇ ਮਾਰਨਾ, ਕੋਈ ਸੋਨਾ ਚਾਂਦੀ ਦਿੰਦੇ ਤੇ ਸਾਡੇ ਕੰਮ ਆਉਂਦਾ। ਮਾਵਾਂ ਦੀ ਦਾਲ ਤਾਂ ਉਦਾਂ ਗੋਡਿਆਂ ਗਿੱਟਿਆਂ ਨੂੰ ਪੀੜ ਵਿੱਚ ਲਾਏਗੀ, ਬੈ ਕਰੇਗੀ, ਇਹ ਵੀ ਸਾਡੇ ਕਿਸੇ ਕੰਮ ਦੀ ਨਹੀਂ। ਵੀ ਇੱਕ ਚੰਗਾ ਦਾਨ ਦੇ ਕੇ ਟੁਰਿਆ, ਬਾਹਰ ਟੁਰੇ ਆਉਣ ਅੱਗੇ ਸਿੰਘਾਂ ਦੀ ਨਿਗਾਹ ਪੈ ਗਈ ਵੀ ਬਾਹਮਣ ਸਤਿਗੁਰਾਂ ਕੋਲੋਂ ਦਾਨ ਲਈ ਆਉਂਦੇ ਆ, ਵੀ ਇਸ ਸਤਿਗੁਰਾਂ ਦੇ ਦਿੱਤੇ ਦਾਨ ਦੇ ਉੱਤੇ ਤਾਂ ਖਾਲਸੇ ਦਾ ਹੱਕ ਹੈ। ਇੱਕ ਨਿਹੰਗ ਸਿੰਘ ਮਹਾਰਾਜ ਜੀ ਦਾ ਉਹਨੇ ਜਾ ਕੇ ਜਕਾਰਾ ਗਜਾਇਆ, ਉਹ ਠਹਿਰੋ ਬਾਹਮਣੋ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦਿੱਤੇ ਦਾਨ ਤੇ ਕੇਵਲ ਖਾਲਸੇ ਦਾ ਹੱਕ ਹੈ। ਲਿਆਓ ਇਹ ਦਾਲ ਵੀ ਸਾਡੇ ਹਵਾਲੇ ਕਰੋ ਤੇ ਲੋਹਾ ਵੀ ਸਾਨੂੰ ਦਿਓ। ਉਹ ਪੰਡਤ ਡਰੇ ਜਿਹੇ ਹੋਏ, ਕਹਿੰਦੇ ਲਓ ਲਓ ਮਹਾਰਾਜ ਲਓ ਲਓ। ਉਹ ਤਾਂ ਚਲੇ ਗਏ ਤੇ ਸਿੰਘਾਂ ਨੇ ਉਹ ਜਿਹੜੀ ਮਾਵਾਂ ਦੀ ਦਾਲ ਸੀ ਉਹਦੇ ਬਣਾਏ ਵਧੀਆ ਵੜੇ ਤੇ ਪਾ ਕੇ ਦਹੀਂ 'ਚ ਛਕੇ। ਜਿਹੜਾ ਲੋਹਾ ਸੀ ਉਹ ਲੋਹੇ ਦੇ ਹਥਿਆਰ ਬਣਾਏ, ਸ਼ਸਤਰ ਬਣਾਏ, ਤਲਵਾਰਾਂ ਬਣਾਈਆਂ ਤੇ ਬਣਾ ਕੇ ਤਲਵਾਰਾਂ ਗਾਤਰੇ ਪਾ ਕੇ ਤੇ ਸਤਿਗੁਰਾਂ ਦੀ ਸਭਾ 'ਚ ਆ ਕੇ ਫਤਿਹ ਗਜਾਈ। ਮਹਾਰਾਜ ਜੀ ਹੱਸ ਪਏ, ਕਹਿੰਦੇ ਸਰਬ ਲੋਹ ਦੀ ਮਹਿਮਾ, ਸ਼ਸਤਰਾਂ ਦੀ ਮਹਿਮਾ, ਲੋਹੇ ਦੀ ਮਹਿਮਾ ਤਾਂ ਖਾਲਸਾ ਜਾਣੇ। ਉਹਨਾਂ ਬਾਹਮਣਾਂ ਨੂੰ ਕੀ ਪਤਾ ਲੱਗਣਾ ਸੀ ਵੀ ਇਹ ਲੋਹੇ ਦੀ ਕੀ ਮਹੱਤਤਾ ਹੈ। ਜਿਹੜਾ ਸੱਸਾ ਅੱਖਰ ਹੈ ਨਾ, ਸਰਬ ਲੋਹ ਨੂੰ ਧਾਰਨ ਕਰਨ ਵਾਲਾ, ਸ਼ਸਤਰ ਨੂੰ ਧਾਰਨ ਕਰਨ ਵਾਲਾ, ਸ਼ਸਤਰਾਂ ਦਾ ਧਾਰਨੀ ਉਹਨੂੰ ਕਹਿੰਦੇ ਆ ਖਾਲਸਾ। ਅੱਜ ਦੇ ਦਿਨ ਸਤਿਗੁਰੂ ਜੀ ਨੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ। ਸਿੱਖ ਸ਼ਸਤਰਧਾਰੀ ਪਹਿਲੋਂ ਵੀ ਸੀ, 6ਵੇਂ ਪਾਤਸ਼ਾਹ ਨੇ ਸ਼ਸਤਰ ਫੜਾ ਦਿੱਤੇ ਸਨ, ਪਰ ਅੱਜ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਜ਼ਮੀ ਕਰ ਦਿੱਤਾ, ਜ਼ਰੂਰੀ ਕਰ ਦਿੱਤਾ ਕਿ ਹਰ ਸਿੰਘ ਦੇ ਗਾਤਰੇ 'ਚ ਸ਼੍ਰੀ ਸਾਹਿਬ ਹੋਵੇ। ਸ਼ਸਤਰਧਾਰੀ ਬਣਾਇਆ ਮਹਾਰਾਜ ਜੀ ਨੇ ਖਾਲਸੇ ਨੂੰ। ਇਹ ਸ਼ਸਤਰਾਂ ਨਾਲ ਪ੍ਰੇਮ ਕਰਨ ਵਾਲਾ ਹੈ, ਇਹ ਸ਼ਸਤਰਾਂ ਨਾਲ ਪ੍ਰੀਤ ਕਰਨ ਵਾਲਾ ਹੈ, ਇਸ ਕਰਕੇ ਇਹਨੂੰ ਖਾਲਸਾ ਕਿਹਾ ਜਾਂਦਾ ਹੈ। ਤੇ ਸ਼ਸਤਰਾਂ ਨਾਲ ਕਿੰਨਾ ਪ੍ਰੇਮ ਕਰਦਾ ਸਿੰਘ, ਸ਼ਸਤਰਾਂ ਨਾਲ ਕਿੰਨਾ ਖਾਲਸੇ ਦਾ ਪਿਆਰ ਹੈ ਕਿ ਖਾਲਸਾ ਸ਼ਸਤਰਾਂ ਨੂੰ ਆਪਣੇ ਪੀਰ ਦਾ ਰੁਤਬਾ ਦਿੰਦਾ ਹੈ। ਸਾਡੇ ਪੀਰ ਨੇ ਤਖਤਾਂ ਦੇ ਉੱਤੇ ਬਕਾਇਦਾ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਉਹ ਸੰਕੇਤ ਹੈ ਕਿ ਖਾਲਸੇ ਵਾਸਤੇ ਸ਼ਸਤਰ ਉਹਨਾਂ ਦੇ ਪੀਰ ਹਨ, ਕਿਉਂਕਿ ਖਾਲਸੇ ਦੇ ਗਾਤਰੇ ਪਿਆ ਹੋਇਆ ਸ਼ਸਤਰ ਜਰਵਾਣੇ ਦੀ ਭਖਿਆ ਤੇ ਗਊ ਗਰੀਬ ਦੀ ਰੱਖਿਆ ਲਈ ਹੈ। ਖਾਲਸੇ ਦੇ ਗਾਤਰੇ ਪਿਆ ਸ਼ਸਤਰ ਕਿਸੇ ਗਰੀਬ ਤੇ ਨਹੀਂ ਚੱਲਦਾ, ਕਿਸੇ ਮਜਲੂਮ ਤੇ ਨਹੀਂ ਚੱਲਦਾ। ਖਾਲਸੇ ਦੇ ਗਾਤਰੇ ਪਿਆ ਹੋਇਆ ਸ਼ਸਤਰ ਅਬਦਾਲੀ ਤੇ ਚੱਲਦਾ, ਨਾਦਰ ਤੇ ਚੱਲਦਾ ਹੈ। ਤੋ ਜਿਹੜਾ ਸ਼ਸਤਰਾਂ ਨੂੰ ਧਾਰਨ ਕਰਨ ਵਾਲਾ ਉਹਨੂੰ ਕਹਿੰਦੇ ਆ ਖਾਲਸਾ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਨਿਆਰਾ ਰਹੇਗਾ, ਕਲਗੀਧਰ ਕਹਿੰਦੇ ਮੈਂ ਇਹਨੂੰ ਆਪਣਾ ਸਾਰਾ ਤੇਜ ਬਖਸ਼ਾਂਗਾ। ਮੇਰਾ ਜਿੰਨਾ ਤੇਜ ਆ ਉਹ ਮੇਰੇ ਖਾਲਸੇ ਵਿੱਚ ਰਹੇਗਾ। ਜਾਵੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਜੇ ਇਹਨਾਂ ਵਿੱਚੋਂ ਕਿਸੇ ਨੇ ਖਾਲਸੇ ਦੀ ਮਰਿਆਦਾ ਨੂੰ ਛੱਡ ਕੇ ਬਾਹਮਣੀ ਪ੍ਰਕਿਰਿਆ ਨੂੰ ਧਾਰਨ ਕਰ ਲਿਆ, ਖਾਲਸੇ ਪੰਥ ਦੇ ਸਾਜਨਾ ਦਿਵਸ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਹੋਈਆਂ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਔਰ ਨਾਲ ਬੇਨਤੀ ਹੈ, ਖਾਲਸੇ ਦਾ ਜਨਮ ਦਿਹਾੜਾ ਮਨਾਉਣ ਆਏ ਹਾਂ, ਸਾਜਨਾ ਦਿਵਸ ਮਨਾਉਣ ਆਏ ਹਾਂ। ਭਾਈ
ਜਿਹੜੇ ਹਾਲੇ ਖਾਲਸੇ ਨਹੀਂ ਬਣੇ, ਜਿਹੜੇ ਖਾਲਸੇ ਦੀ ਫੌਜ ਵਿੱਚ ਨਹੀਂ ਭਰਤੀ ਹੋਏ, ਉਹ ਤਿਆਰ ਬਰ ਤਿਆਰ ਹੋਵੋ, ਖੰਡੇ ਦੀ ਪੌਲ ਛਕ ਕੇ ਖਾਲਸਾ ਸਜੋ। ਅੱਜ ਤਕਰੀਬਨ 10-11 ਵਜੇ ਨਾਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਹੜੇ ਮਾਈ ਭਾਈ ਹਾਲੇ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਨਹੀਂ ਚੜੇ ਭਾਈ, ਉਹ ਤਿਆਰ ਬਰ ਤਿਆਰ ਹੋ ਕੇ ਆਓ, ਇਸ਼ਨਾਨ ਪਾਨ ਕਰਕੇ ਪੰਜਾਂ ਕੱਕਿਆਂ ਸਹਿਤ ਖੰਡੇ ਦੀ ਪੌਲ ਛਕ ਕੇ ਗੁਰੂ ਕਲਗੀਧਰ ਦੇ ਜਹਾਜ਼ ਤੇ ਸਵਾਰ ਹੋ ਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ। ਮਹਾਰਾਜ ਜੀ ਕਹਿੰਦੇ ਦਾਨ ਸਿੰਘ ਭਾਈ ਡੱਲੇ ਨੂੰ ਕਹਿੰਦੇ ਆ, ਡੱਲਿਆ ਅੰਮ੍ਰਿਤ ਛਕ ਲੈ। ਡੱਲਾ ਕਹਿੰਦਾ ਮਹਾਰਾਜ ਮੈਨੂੰ ਜਗ੍ਹਾ ਦਿਓ ਚਰਨਾਂ 'ਚ। ਪਾਤਸ਼ਾਹ ਕਹਿੰਦੇ ਅੰਮ੍ਰਿਤ ਛਕ। ਡੱਲਾ ਕਹਿੰਦਾ ਮਹਾਰਾਜ ਮੈਂ ਤਾਂ ਰੋਜ਼ ਛਕਦਾ। ਮਹਾਰਾਜ ਕਹਿੰਦੇ ਰੋਜ਼ ਕਦੋਂ ਛਕਦਾ ਬਈ? ਕਹਿੰਦਾ ਜਦੋਂ ਤੁਸੀਂ ਪ੍ਰਸ਼ਾਦਾ ਛਕਦੇ ਹੋ, ਜਿਹੜਾ ਤੁਹਾਡਾ ਸੀਤ ਪ੍ਰਸ਼ਾਦ ਹੁੰਦਾ ਉਹ ਮੈਂ ਛਕ ਲੈਂਦਾ ਰੋਜ਼, ਉਹ ਵੀ ਤਾਂ ਅੰਮ੍ਰਿਤ ਹੈ। ਪਾਤਸ਼ਾਹ ਕਹਿੰਦੇ ਆ ਡੱਲਿਆ ਅਸੀਂ ਕਹਿੰਦੇ ਆ ਖੰਡੇ ਦਾ ਅੰਮ੍ਰਿਤ ਛਕੋ। ਕਹਿੰਦੇ ਮਹਾਰਾਜ ਉਹਦੇ ਵਿੱਚ ਵੀ ਰੋਜ਼ ਕਿਰਪਾਨ ਭੇਟ ਹੁੰਦੀ ਹੈ, ਉਹ ਵੀ ਕਿਰਪਾਨ ਦਾ ਤਾਂ ਸ਼ਸਤਰ ਦਾ ਹੀ ਅੰਮ੍ਰਿਤ ਛਕਦਾ ਰੋਜ਼। ਜਦੋਂ ਤੁਹਾਨੂੰ ਪ੍ਰਸ਼ਾਦਾ ਛਕਾਉਂਦੇ ਆ ਉਹਦੇ 'ਚ ਕਿਰਪਾਨ ਭੇਟ ਕਰਦੇ ਆ। ਮਹਾਰਾਜ ਜੀ ਕਹਿੰਦੇ ਨਾ ਡੱਲਿਆ, ਜੇ ਸਾਡੇ ਜਹਾਜ਼ੇ ਬਹਿਣਾ ਤੇ ਫਿਰ ਖੰਡੇ ਦੀ ਪੌਲ ਛਕ। ਕਹਿੰਦਾ ਮਹਾਰਾਜ ਸਤ ਬਚਨ। ਖੰਡੇ ਦੀ ਪੌਲ ਛਕ ਕੇ ਭਾਈ ਡੱਲਾ ਜੀ ਡਲ ਸਿੰਘ ਹੋਏ। ਇਹ ਗੁਰਦੇਵ ਨੇ ਹੁਕਮ ਕੀਤਾ। ਦਾਨ ਸਿੰਘ ਨੂੰ ਵੀ ਹੁਕਮ ਕੀਤਾ ਮਾਲਵੇ ਵਿੱਚ। ਮਹਾਰਾਜ ਜੀ ਕਹਿੰਦੇ ਦਾਨ ਸਿਆ ਅੰਮ੍ਰਿਤ ਛਕ, ਕੇਸਾ ਧਾਰੀ ਹੋ। ਸਿਰ ਤੇ ਕੇਸ ਇਹਦੇ ਹੈ ਨਹੀਂ ਸੀ, ਦਾੜਾ ਥੋੜਾ ਜਿਹਾ ਹੈ ਸੀ। ਮਹਾਰਾਜ ਜੀ ਕਹਿੰਦੇ ਆ ਵੀ ਜੇ ਕਿਤੇ ਗਲਤੀ ਹੋ ਜੇ ਸਿੱਖ ਕੋਲੋਂ ਤੇ ਮੈਂ ਕੇਸਾਂ ਤੋਂ ਪਕੜ ਕੇ ਲੈ ਲੈਣਾ ਸੱਚਖੰਡ। ਕਹਿੰਦਾ ਮਹਾਰਾਜ ਮੇਰੇ ਦਾੜੇ ਤੋਂ ਫੜ ਲਿਓ ਜੇ। ਕਲਗੀਧਰ ਪਾਤਸ਼ਾਹ ਜੀ ਹੱਸ ਪਏ, ਕਹਿੰਦੇ ਆ ਦਾਨ ਸਿਆ ਕੇਸ ਜਿਹੜੇ ਨੇ ਉਹ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਦੀ ਗੱਲ ਹੋ ਰਹੀ ਹੈ। ਸਿਰ ਦੇ ਕੇਸ ਜਿਹੜੇ ਨੇ ਸਾਡੀ ਮੋਹਰ ਹੈ, ਇਹ ਸਾਡੀ ਪਹਿਚਾਣ ਹੈ। ਤੇ ਸਾਡੀ ਪਹਿਚਾਣ ਰੱਖੋਗੇ ਤਦੇ ਹੀ ਸਾਡੇ ਹੋਵੋਗੇ ਨਾ। ਜੇ ਸਾਡੀ ਪਹਿਚਾਣ ਹੀ ਨਹੀਂ ਹੈ ਤੁਹਾਡੇ ਕੋਲ ਤੇ ਫਿਰ ਤੁਸੀਂ ਸਾਡੇ ਕਿਵੇਂ ਸਦੀਵੋਗੇ? ਸਾਡੇ ਤੇ ਤਦੇ ਸਦੀਵੋਗੇ ਨਾ ਜੇ ਸਾਡੀ ਪਹਿਚਾਣ ਹੋਵੇਗੀ, ਸਾਡੀ ਮੋਹਰ ਹੋਵੇਗੀ ਤੁਹਾਡੇ ਤੇ। ਪੁੱਤਰ ਦਾ ਨਾਂ ਉਹਦੇ ਪਿਤਾ ਨਾਲ ਜੁੜਦਾ ਨਾ, ਪੁੱਛਿਆ ਜਾਂਦਾ ਸਨ ਆਫ ਕੀ ਹੈ, ਤੇ ਜੇ ਸਨ ਆਫ ਦੀ ਪਹਿਚਾਣ ਹੋਵੇ ਤੇ ਫੇਰ ਹੀ ਪਹਿਚਾਣ ਮੰਨੀ ਜਾਂਦੀ ਹੈ ਨਾ। ਜੇ ਸਾਡੀ ਮੋਹਰ ਹੋਵੇਗੀ ਤੁਹਾਡੇ ਪਾਸ ਤੇ ਤੁਸੀਂ ਸਾਡੇ ਸਦੀਵੋਗੇ, ਤੇ ਜਿਹੜੇ ਸਾਡੇ ਸਦੀਂਦੇ ਆ ਦਾਨ ਸਿਆ ਉਹ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਵਿੱਚ ਸੁਖੀ ਹੋ ਜਾਂਦੇ ਨੇ, ਸੁਰਖਰੂ ਹੋ ਜਾਂਦੇ ਆ। ਸਤਿ ਸ੍ਰੀ ਅਕਾਲ। ਇਸ ਕਰਕੇ ਭਾਈ ਖੰਡੇ ਦੀ ਪੌਲ ਛਕੋ। ਮਹਾਰਾਜ ਜੀ ਦਾ ਹੁਕਮ ਹੈ ਪੀਵੋ ਪੌਲ ਖੰਡੇ ਧਾਰ, 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 ਪੀਵੋ ਪੌਲ ਖੰਡੇ ਧਾਰ। ਪਾਤਸ਼ਾਹ ਹੁਕਮ ਕਰਦੇ ਆ, ਜੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪ ਅੰਮ੍ਰਿਤ ਛਕਦੇ ਆ ਤੇ ਇਹਦਾ ਮਤਲਬ ਸਾਡੇ ਲਈ ਵੀ ਜ਼ਰੂਰੀ ਹੈ। ਅੱਜ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਗੱਦੀ ਦਿਵਸ ਵੀ ਹੈ। ਖਡੂਰ ਸਾਹਿਬ ਦੀ ਧਰਤੀ ਤੇ 12 ਸਾਲ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਦੀ ਸੇਵਾ ਕੀਤੀ ਗੁਰੂ ਅਮਰਦਾਸ ਸਾਹਿਬ ਨੇ। 12 ਵਰੇ ਪਾਣੀ ਢੋਂਦੇ ਰਹੇ ਤੇ 12 ਵਰਿਆਂ ਬਾਅਦ ਪਰਖ ਦੀ ਘੜੀ ਆਈ। ਸਿਆਲਾਂ ਦੇ ਦਿਨ ਸਨ।
ਤੇ ਹਨੇਰੀ ਚੱਲੇ ਤੇ ਗਾਗਰ ਸਿਰ ਦੇ ਉੱਤੇ ਜਲਦੀ, ਤੇ ਮਨ 'ਚ ਸੋਚਦੇ ਆ ਕਿ ਤੇ ਗੁਰੂ ਸਾਹਿਬ ਦੇ ਇਸ਼ਨਾਨ 'ਚ ਵਿਘਨ ਨਾ ਪੈ ਜਾਏ। ਖਡੂਰ ਸਾਹਿਬ ਇੱਕ ਜੁਲਾਏ ਦੇ ਘਰ ਦੇ ਕੋਲੋਂ ਦੀ ਲੰਘਣ ਲੱਗੇ ਤੇ ਖੱਡੀ ਦੀ ਇੱਕ ਕਿੱਲੀ ਦੇ ਨਾਲ ਠੁੱਡਾ ਵੱਜਾ ਤੇ ਡਿੱਗ ਪਏ। ਡਿੱਗਦਿਆਂ ਡਿੱਗਦਿਆਂ ਗਾਗਰ ਨਹੀਂ ਡਿੱਗਣ ਦਿੱਤੀ, ਆਪ ਡਿੱਗ ਪਏ ਤੇ ਜਲ ਸੰਭਾਲ ਲਿਆ। ਅੰਦਰੋਂ ਆਵਾਜ਼ ਮਾਰੀ, ਕੌਣ ਹੈ ਇਸ ਵੇਲੇ? ਜੁਲਾਈ ਨੇ ਪੁੱਛਿਆ ਤੇ ਪਾਤਸ਼ਾਹ ਕਹਿੰਦੇ ਆ, ਗੁਰੂ ਅੰਗਦ ਸਾਹਿਬ ਦਾ ਸੇਵਕ। ਇਸ ਵੇਲੇ ਕੌਣ ਹੋਵੇਗਾ? ਤੇ ਉਹਨੂੰ ਪਤਾ ਸੀ। ਜੁਲਾਈ ਕਹਿੰਦੀ ਹੈ, ਕਿਹੜਾ ਇੱਕੋ ਵੇਰੀ ਇਸ ਵੇਲੇ ਤੇ ਨਥਾਵਾਂ ਹੋਣਾ। ਨਥਾਵਾਂ ਕੁੜਮਾ ਦਾ ਪਾਣੀ ਢੋਂਦਾ ਫਿਰਦਾ, ਘਰਦਿਆਂ ਨੇ ਘਰੋਂ ਕੱਢ ਦਿੱਤਾ 2 ਰੋਟੀਆਂ ਖਾਣ ਵਾਸਤੇ। ਤੇ ਮੇਰੇ ਪਾਤਸ਼ਾਹ ਨੇ ਜਦੋਂ ਨਥਾਵਾਂ ਸੁਣਿਆ ਵੀ ਇਹ ਤਾਂ ਨਥਾਵਾਂ ਤਾਂ ਮੈਂ ਹੁਣ ਹਾਂ ਨਹੀਂ, ਆਖਿਆ ਨਾ ਕਮਲੀਏ, ਹੁਣ ਨਹੀਂ ਮੈਂ ਨਥਾਵਾਂ, ਹੁਣ ਮੈਨੂੰ ਮੇਰੇ ਸਾਹਿਬ ਦੇ ਚਰਨਾਂ 'ਚ ਥਾਂ ਮਿਲ ਗਈ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਤੇ ਸੁਣਦੇ ਨੇ ਸਭ ਕੁਝ। ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਤੇ ਕੁੱਟ ਕੇ ਗਲ ਬੱਕੜੀ 'ਚ ਲੈ ਕੇ ਕਹਿੰਦੇ ਆ, ਕੌਣ ਕਹਿੰਦਾ ਤੂੰ ਨਥਾਵਾਂ? ਤੂੰ ਨਥਾਵਿਆਂ ਦੀ ਥਾਂ ਹੈ, ਤੂੰ ਨਿਮਾਣਿਆਂ ਦਾ ਮਾਣ ਹੈ। ਤੁਸੀਂ ਨਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ ਹੋ, ਨਿਲੱਜਿਆਂ ਦੀ ਲੱਜ ਹੋ, ਨਿਪੱਤਿਆਂ ਦੀ ਪੱਤ ਹੋ, ਨਿਧਰਿਆਂ ਦੀ ਧਿਰ ਹੋ, ਨਿਗੱਤਿਆਂ ਦੀ ਗੱਤ ਹੋ। ਜਿਨ੍ਹਾਂ ਦੀ ਚਲੀ ਗਈ ਆ ਉਹਨਾਂ ਦੀ ਮੋੜ ਕੇ ਲਿਆਉਣ ਵਾਲੇ ਹੋ, ਪੀਰਾਂ ਦੇ ਪੀਰ ਹੋ। 12 ਵਰ ਦੇ ਕੇ ਨਵਾਜਿਆ ਔਰ ਗੁਰਤਾ ਗੱਦੀ ਦੇ ਤਖਤ ਤੇ ਬਿਠਾ ਕੇ ਪਰਕਰਮਾ ਕਰਕੇ ਆਖਿਆ, ਅੱਜ ਤੋਂ ਬਾਅਦ ਇਹ ਮੇਰਾ ਰੂਪ ਨੇ, ਇਹਨਾਂ ਵਿੱਚ ਤੇ ਸਾਡੇ 'ਚ ਕੋਈ ਭੇਦ ਨਾ ਸਮਝਣਾ। ਅੱਜ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦਾ ਗੁਰਗੱਦੀ ਦਿਵਸ ਹੈ। ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਜੀ 22 ਸਾਲ ਗੁਰਗੱਦੀ ਤੇ ਰਹੇ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਉੱਥੇ ਅੱਜ ਵਿਸਾਖ ਦੀ ਸੰਕਰਾਂਤ ਦਾ ਦਿਨ ਵੀ ਹੈ। ਹੁਕਮਨਾਮਾ ਵੀ ਮਹਾਰਾਜ ਜੀ ਦਾ ਵਿਚਾਰਨਾ ਸਮਾਂ ਸੀਮਤ ਹੈ।